ਇਹ ਪੰਗੇ ਲੈਣਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਵੇਲੇ ਮੇਰਾ ਇੰਨਾ ਕੁ ਜ਼ਿਆਦਾ ਜਨੂਨ ਇਸ ਵੱਲ ਵੱਧ ਗਿਆ। ਜਦੋਂ ਮੈਂ ਉਹ ਆਪਣਾ ਇੱਕ ਸਟੰਟ ਕਰਕੇ ਦਿਖਾਇਆ ਤੇ ਪਾਪਾ ਕਹਿੰਦੇ ਯਾਰ ਬੱਲੇ ਬਹੁਤ ਵਧੀਆ, ਕਹਿੰਦੇ ਧਿਆਨ ਨਾਲ ਕਰਿਆ ਕਰ। ਜਿਹੜਾ ਉਹਨਾਂ ਨੇ ਧਿਆਨ ਨਾਲ ਕਹਿ ਦਿੱਤਾ ਨਾ ਕਰਿਆ ਕਰ, ਬਸ ਉਹ ਹੱਲਾਸ਼ੇਰੀ ਵੱਧ ਗਈ ਜੀ। ਹੋਰ ਦੋਸਤ ਸੀਗੇ ਮੇਰੇ, ਕਹਿੰਦੇ ਕਿ ਆਪਾਂ ਤੇਰਾ ਨਾ ਇੱਕ ਸਟੰਟ ਦੇਖਣਾ ਆ ਕਿ ਅੱਜ ਤੇਰੇ ਤੋਂ ਕਰਕੇ ਦਿਖਾ ਤੂੰ ਸਾਨੂੰ। ਮੈਂ ਸਾਈਕਲ ਸਟੈਂਡ ਤੋਂ ਸਾਈਕਲ ਲੈ ਕੇ ਆਇਆ, ਮੈਂ ਕਾਫੀ ਤੇਜ਼ ਲੈ ਕੇ ਆਇਆ। ਇੱਕ ਨਾ ਛੋਟਾ ਜਿਹਾ ਦਰਵਾਜ਼ਾ ਸੀਗਾ, ਉਹ ਦਰਵਾਜ਼ੇ ਦੇ ਵਿੱਚੋਂ ਸਾਰੇ ਜਣੇ ਬਾਹਰ ਆਉਂਦੇ ਹੁੰਦੇ ਸੀਗੇ ਛੁੱਟੀ ਦੇ ਟਾਈਮ। ਤੇ ਮੈਂ ਜਦੋਂ ਆ ਕੇ ਉੱਥੇ ਜਦੋਂ ਬ੍ਰੇਕ ਜਦੋਂ ਮੈਂ ਲਗਾਈ ਤੇ ਬ੍ਰੇਕ ਦੀ ਵਾਇਰ ਜਿਹੜੀ ਉਹ ਟੁੱਟ ਗਈ ਤੇ ਮੇਰਾ ਸਾਈਕਲ ਬਹੁਤ ਜ਼ੋਰ ਦੀ ਕੰਧ ਦੇ ਵਿੱਚ ਵੱਜਾ। ਔਰ ਮੇਰੇ ਦੋਸਤ ਜਿਹੜੀਆਂ ਕੁੜੀਆਂ ਸੀਗੀਆਂ ਨਾਲ ਕਲਾਸਮੇਟ ਜਾਂ ਮੇਰੇ ਦੋਸਤ ਸੀਗੇ ਕਲਾਸਮੇਟ, ਤੇ ਮੈਨੂੰ ਕਹਿੰਦੇ ਲੈ ਵੱਡਾ ਸਟੰਟਮੈਨ ਬਣਿਆ ਫਿਰਦਾ ਵਾਂ, ਕਰਨੇ ਕੁਰਨੇ ਤੈਨੂੰ ਆਉਂਦੇ ਨਹੀਂਗੇ। ਤੇ ਉਦੋਂ ਬੜੀ ਦਿਲ ਨੂੰ ਗੱਲ ਲੱਗੀ। ਮੈਂ ਕਿਹਾ ਕੋਈ ਗੱਲ ਨਹੀਂ, ਹੁਣ ਮੈਂ ਕਿਹਾ ਤੁਹਾਨੂੰ ਵੱਡਾ ਸਟੰਟਮੈਨ ਬਣ ਕੇ ਹੀ ਦਿਖਾਉਣਾ ਆ। ਕਈ ਕਹਿੰਦੇ ਆ ਕਿ ਲੈ ਇਹ ਸਰਕਸ ਵਾਲੇ ਕੰਮ ਕਰਦਾ, ਸਿਰ ਤੇ ਦਸਤਾਰ ਬੰਨੀ ਹੋਈ ਆ, ਇੱਦਾਂ ਮਤਲਬ ਕਿ ਬਹੁਤ ਗਾਲਾਂ ਵੀ ਪੈਂਦੀਆਂ ਆ। ਇੱਕ ਵਾਰੀ ਮੈਂ ਇੱਦਾਂ ਹੀ ਪ੍ਰੈਕਟਿਸ ਕਰ ਰਿਹਾ ਸੀਗਾ ਤੇ ਮੇਰੇ ਇੰਜਰੀ ਹੋ ਗਈ, ਲੈਫਟ ਸਾਈਡ ਸ਼ੋਲਡਰ ਤੇ ਇੰਜਰੀ ਹੋਈ ਸੀਗੀ। ਉਸ ਟਾਈਮ ਮੈਂ ਹੈਲਮਟ ਵੀ ਪਾਇਆ ਹੋਇਆ ਸੀਗਾ, ਲੇਕਿਨ ਉਸ ਟਾਈਮ ਮੇਰੇ ਕੋਲ ਜੈਕਟ ਹੈ ਨਹੀਂ ਸੀਗੀ, ਸੇਫਟੀ ਜੈਕਟ। ਹੈਲਮਟ ਉਹ ਕਾਫੀ ਜ਼ੋਰ ਦੀ ਮਤਲਬ ਕਿ ਸਿਰ ਵੱਜਾ ਨੀਚੇ, ਹੈਲਮਟ ਸੀਗਾ ਵਧੀਆ ਤੇ ਉਹਨੇ ਮੇਰਾ ਸਿਰ ਬਚਾ ਲਿਆ। ਤੇ ਲੇਕਿਨ ਮੇਰਾ ਜਿਹੜਾ ਸ਼ੋਲਡਰ ਸੀਗਾ ਉੱਥੇ ਇੰਨੀ ਕੁ ਜ਼ਿਆਦਾ ਇੰਜਰੀ ਹੋ ਗਈ, ਮੈਂ 3 ਸਾਲ ਬਾਈਕ ਨਹੀਂ ਚਲਾਇਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਹਰ ਵਾਰ ਇੱਕ ਵੱਖਰੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਅੱਜ ਜੋ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ। ਅਕਸਰ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਕਿ ਸਟੰਟ ਕੀਤੇ ਜਾਂਦੇ ਨੇ, ਬਹੁਤ ਵੱਖਰੇ ਤਰੀਕੇ ਦੇ ਸਟੰਟ ਕੀਤੇ ਜਾਂਦੇ ਨੇ। ਲੇਕਿਨ ਉਹ ਸਟੰਟ ਕਿਸ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਜਾਂ ਉਹਨਾਂ ਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ ਜਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਅੱਜ ਇੱਕ ਅਜਿਹੇ ਪੰਜਾਬੀ ਮੁੰਡੇ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਇਹੀ ਕੰਮਾਂ ਦੇ ਵਿੱਚ ਰੁੱਝਿਆ ਹੋਇਆ ਹੈ। ਗੁਰੀ ਮਥਾੜੂ ਨਾਮ ਹੈ। ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਹਨਾਂ ਦਾ ਸਫ਼ਰ ਜਿਹੜਾ ਹੈ ਕਿਵੇਂ ਸ਼ੁਰੂਆਤ ਹੋਈ ਸੀ। ਸਤਿ ਸ਼੍ਰੀ ਅਕਾਲ ਗੁਰੀ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਨੈਸ਼ਨਲ ਟੀਮ ਪਹੁੰਚੀ ਨੂੰ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਠਾਕ ਹੋ? ਹਾਂਜੀ ਬਹੁਤ ਵਧੀਆ ਜੀ, ਠੀਕ ਠਾਕ ਜੀ। ਗੁਰੀ, ਸ਼ੁਰੂਆਤ ਕਰਦੇ ਹਾਂ ਤੁਹਾਡੇ ਸਫ਼ਰ ਦੀ। ਸਟੰਟ ਚੁਣਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਔਖਾ ਕਹਿ ਲਈਏ ਕਿ ਆਪਾਂ ਜਿਹੜਾ ਸਫ਼ਰ ਹੁੰਦਾ ਹੈ, ਕਿਵੇਂ ਸ਼ੁਰੂਆਤ ਹੋਈ ਸੀ ਇਸ ਸਫ਼ਰ ਦੀ? ਇਸ ਸਫ਼ਰ ਦੀ ਸ਼ੁਰੂਆਤ ਹੋਈ ਜੀ ਪਹਿਲੇ ਮਤਲਬ ਕਿ ਬਚਪਨ ਟਾਈਮ ਤੋਂ ਪਹਿਲੇ ਆਪਣੇ ਜਿੱਦਾਂ ਕਹਿੰਦੇ ਨੇ ਘਰ ਦੇ ਵਿੱਚੋਂ ਗੁੜਤੀ ਮਿਲਦੀ ਆ ਤੇ ਉਹ ਗੁੜਤੀ ਮੈਨੂੰ ਆਪਣੇ ਫਾਦਰ ਸਾਹਿਬ ਤੋਂ ਮਿਲੀ। ਤੇ ਮੈਂ ਉਹਨਾਂ ਨੂੰ ਜਦੋਂ ਛੋਟਾ ਹੁੰਦਾ ਸੀਗਾ ਮੈਂ ਦੇਖਦਾ ਹੁੰਦਾ ਸੀਗਾ ਉਹਨਾਂ ਨੂੰ ਸਟੰਟ ਕਰਦੇ, ਮਤਲਬ ਕਿ ਬਾਈਕ ਉਹਨਾਂ ਕੋਲ ਬੁਲਟ ਹੁੰਦਾ ਸੀਗਾ, ਗੌਰਮੈਂਟ ਜੌਬ ਕਰਦੇ ਹੁੰਦੇ ਸੀਗੇ ਉਹ। ਤੇ ਫਿਰ ਉਹ ਜਦੋਂ ਮਤਲਬ ਕਿ ਪਾਰਟ ਟਾਈਮ ਉਹਨਾਂ ਨੇ ਬੁਲਟ ਰਿਪੇਅਰ ਦਾ ਵੀ ਕੰਮ ਕਰਦੇ ਹੁੰਦੇ ਸੀਗੇ, ਵਰਕਸ਼ਾਪ ਸੀਗੀ ਆਪਣੀ। ਤੇ ਇੱਦਾਂ ਹੀ ਉਹ ਜਦੋਂ ਘਰੇ ਆਉਂਦੇ ਹੁੰਦੇ ਸੀਗੇ ਤੇ ਫਿਰ ਘਰ ਦਾ ਵਿਹੜਾ ਕਾਫੀ ਖੁੱਲ੍ਹਾ ਹੁੰਦਾ ਸੀਗਾ ਤੇ ਉਦੋਂ ਲੱਤ ਲਾ ਕੇ ਉਹਨਾਂ ਨੇ ਬੁਲਟ ਇੱਦਾਂ ਕਰਕੇ ਘੁਮਾਉਣਾ, ਮੈਂ ਉਹਨਾਂ ਨੂੰ ਦੇਖਣਾ। ਬਸ ਉਹੀ ਦਿਮਾਗ ਦੇ ਵਿੱਚ ਗੱਲ ਮੇਰੀ ਵੀ ਬੈਠ ਗਈ ਕਿ ਪਾਪਾ ਵਾਂਗੂ ਹੀ ਕਰਾਂਗੇ ਇੱਦਾਂ। ਹਾਂਜੀ। ਕਿੰਨੀ ਕੁ ਛੋਟੀ ਉਮਰ ਦੇ ਵਿੱਚ ਸ਼ੁਰੂ ਕਰ ਦਿੱਤਾ ਸੀਗਾ? ਮੈਂ ਉਦੋਂ ਸੀਗਾ ਜੀ ਕੋਈ 10 ਕੁ ਸਾਲ ਦਾ ਸੀਗਾ। ਤੇ ਜਦੋਂ ਮੈਂ ਪਹਿਲੇ ਸਾਈਕਲ ਤੇ ਇੱਦਾਂ ਮਤਲਬ ਕਿ ਪੰਗੇ ਲੈਂਦਾ ਹੁੰਦਾ ਸੀਗਾ, ਫਿਰ ਪੰਗੇ ਲੈਂਦੇ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਹੜੇ ਵੇਲੇ ਮੇਰਾ ਇਹ ਹੌਲੀ ਕਰਦੇ ਸ਼ੌਂਕ ਬਣ ਗਿਆ ਜੀ ਪੂਰਾ। ਸਾਈਕਲ ਤੋਂ ਸਕੂਟਰ ਤੇ ਆਏ, ਸਕੂਟਰ ਤੋਂ ਇੱਕ ਮੋਟਰਸਾਈਕਲ ਖਰੀਦਿਆ ਤੇ ਹੁਣ ਇੱਕ ਬਹੁਤ ਹੀ ਵਧੀਆ ਮੋਟਰਸਾਈਕਲ ਦੇ ਉੱਪਰ ਜਿਹੜੇ ਤੁਸੀਂ ਸਟੰਟ ਕਰ ਰਹੇ ਹੋ। ਘਰਦਿਆਂ ਨੇ ਛੋਟੀ ਉਮਰ ਦੇ ਵਿੱਚ ਹੀ 10 ਸਾਲ ਦਾ ਇੱਕ ਬੱਚਾ ਮੰਨਿਆ ਜਾਂਦਾ ਹੈ ਕਿ ਬੱਚਾ ਇੱਕ ਸਟੰਟ ਕਰ ਰਿਹਾ ਹੈ। ਘਰਦਿਆਂ ਦਾ ਕਿੰਨਾ ਕੁ ਸਾਥ ਸੀਗਾ ਜਾਂ ਘਰਦਿਆਂ ਨੇ ਕਿੰਨਾ ਕੁ ਰੋਕਿਆ ਸੀਗਾ? ਉਸ ਟਾਈਮ ਤਾਂ ਬਿਲਕੁਲ ਵੀ ਘਰਦਿਆਂ ਨੇ ਨਹੀਂ ਰੋਕਿਆ। ਉਹਦਾ ਪਤਾ ਹੀ ਨਹੀਂ ਸੀਗਾ, ਮੈਨੂੰ ਵੀ ਨਹੀਂ ਸੀਗਾ ਪਤਾ ਕਿ ਘਰਦਿਆਂ ਨੂੰ ਇਹ ਸੀਗਾ ਕਿ ਚਲੋ ਉੱਦਾਂ ਹੀ ਸ਼ਰਾਰਤਾਂ ਹੀ ਕਰ ਰਿਹਾ ਹੈ ਜੀ। ਤੇ ਫਿਰ ਜਦੋਂ ਸ਼ਰਾਰਤਾਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ, ਪਹਿਲੇ ਸਕੂਟਰ ਆਇਆ, ਸਕੂਟਰ ਤੇ ਥੋੜ੍ਹੀ ਬਹੁਤੀ ਇੱਦਾਂ ਹੀ ਪੰਗੇ ਲੈਣੇ ਸ਼ੁਰੂ ਕੀਤੇ। ਫਿਰ ਬਾਈਕ ਮਿਲਿਆ, ਸਪਲੈਂਡਰ ਬਾਈਕ ਸੀਗਾ 2008 ਮਾਡਲ, ਤੇ ਉਹਦੇ ਉੱਤੇ ਪੰਗੇ ਲੈਣੇ ਸ਼ੁਰੂ ਕੀਤੇ ਤੇ ਉਦੋਂ ਇੱਕ ਟ੍ਰਿਕ ਆ ਗਿਆ ਮੈਨੂੰ। ਫਿਰ ਉਸ ਤੋਂ ਬਾਅਦ ਮੈਂ ਕੰਟੀਨਿਊ ਇਹਨੂੰ ਰੱਖਿਆ ਆਪਣਾ ਇੱਦਾਂ ਹੀ। ਫਿਰ ਮੈਨੂੰ ਇੱਕ ਕੋਚ ਮਿਲ ਗਏ ਤੇ ਉਹਨਾਂ ਨਾਲ ਮਤਲਬ ਰਾਬਤਾ ਹੋਇਆ ਜਦੋਂ। ਫਿਰ ਉਹਨਾਂ ਨੇ ਮੈਨੂੰ ਟ੍ਰਿਕ ਦੱਸਣੇ ਸ਼ੁਰੂ ਕੀਤੇ, ਮੈਂ ਉਹਨਾਂ ਕੋਲ ਗਿਆ। ਅਬੋਹਰ ਸ਼ਹਿਰ ਦੇ ਰਹਿਣ ਵਾਲੇ ਆ, ਮਾਨ ਸਟੰਟ ਹੈ ਜੀ ਉਹਨਾਂ ਦਾ ਨਾਮ। ਤੇ ਇੱਦਾਂ ਕਰਕੇ ਉਹਨਾਂ ਨਾਲ ਮੁਲਾਕਾਤ ਹੋਈ, ਉਹ ਮੈਨੂੰ ਟ੍ਰਿਕ ਦੱਸਣੇ ਸ਼ੁਰੂ ਕੀਤੇ ਉਹਨਾਂ ਨੇ। ਤੇ ਫਿਰ ਮੇਰੀ ਪ੍ਰੈਕਟਿਸ ਸੀਗੀ ਰੋਜ਼ ਦੀ, ਡੇਲੀ ਦੀ 4 ਤੋਂ 5 ਘੰਟੇ ਦੀ ਪ੍ਰੈਕਟਿਸ ਹੁੰਦੀ ਸੀਗੀ ਮੇਰੀ। ਔਰ ਉਹਦੇ ਵਿੱਚ 500-600 ਦਾ ਤਾਂ ਪੈਟਰੋਲ ਲੱਗ ਹੀ ਜਾਂਦਾ ਹੁੰਦਾ ਸੀਗਾ ਜੀ ਇੱਕ ਦਿਨ ਦਾ। ਤੇ ਇੱਦਾਂ ਘਰ ਦੇ ਪੂਰਾ ਸਾਥ ਦਿੰਦੇ ਸੀ ਜੀ। ਇਹ ਜਿਹੜੇ ਪੰਗੇ ਲੈਣਾ ਇਹ ਕਦੋਂ ਜਨੂਨ ਦੇ ਵਿੱਚ ਬਦਲ ਗਿਆ, ਇਹ ਤੁਹਾਨੂੰ ਵੀ ਪਤਾ ਨਹੀਂ ਚੱਲਿਆ? ਹਾਂਜੀ, ਇਹ ਪੰਗੇ ਲੈਣਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਵੇਲੇ ਮੇਰਾ ਇੰਨਾ ਕੁ ਜ਼ਿਆਦਾ ਜਨੂਨ ਇਸ ਵੱਲ ਵੱਧ ਗਿਆ ਕਿ ਕਿਉਂਕਿ ਇੱਦਾਂ ਹੁੰਦਾ ਸੀਗਾ ਮੈਂ ਜ਼ਿਆਦਾਤਰ ਤਾਂ ਸੇਫ ਜਗ੍ਹਾ ਦੇ ਉੱਤੇ ਹੀ ਕਰਦਾ ਹੁੰਦਾ ਸੀਗਾ।
ਔਰ ਜਦੋਂ ਮੈਨੂੰ ਕੋਈ ਦੇਖਦਾ ਸੀਗਾ ਐਪਰੀਸ਼ੀਏਟ ਕਰਦਾ ਸੀਗਾ ਕਿ ਵੀਰੇ ਬਹੁਤ ਸੋਹਣਾ ਕਰਦਾ। ਤੇ ਇੱਕ ਵਾਰੀ ਤਾਂ ਇਦਾਂ ਹੀ ਮਤਲਬ ਫਾਦਰ ਸਾਹਿਬ ਜਦੋਂ ਆਏ ਸੀਗੇ ਬਾਹਰੋਂ, ਮੈਂ ਕਿਸੇ ਸਾਹਮਣੇ ਸ਼ੋਅ ਨਹੀਂ ਸੀ ਕੀਤਾ। ਫਾਦਰ ਸਾਹਿਬ ਬਾਹਰੋਂ ਆਏ ਤੇ ਮੈਂ ਕਿਹਾ ਪਾਪਾ ਆਓ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਕਰਕੇ। ਉਹਨਾਂ ਨੂੰ ਜਦੋਂ ਮੈਂ ਉਹ ਆਪਣਾ ਇੱਕ ਸਟੰਟ ਕਰਕੇ ਦਿਖਾਇਆ ਤੇ ਪਾਪਾ ਕਹਿੰਦੇ ਯਾਰ ਬੱਲੇ ਬਹੁਤ ਵਧੀਆ, ਕਹਿੰਦੇ ਧਿਆਨ ਨਾਲ ਕਰਿਆ ਕਰ। ਜਿਹੜਾ ਉਹਨਾਂ ਨੇ ਧਿਆਨ ਨਾਲ ਕਹਿ ਤਾ ਨਾ ਕਰਿਆ ਕਰ, ਬਸ ਉਹ ਹੱਲਾਸ਼ੇਰੀ ਵੱਧ ਗਈ ਜੀ ਹੋਰ। ਤੇ ਫਿਰ ਮੈਂ ਕੰਟੀਨਿਊ ਰੱਖਿਆ ਜੀ ਇਸ ਚੀਜ਼ ਨੂੰ। ਪਾਪਾ ਦੇ ਵੱਲੋਂ ਤਾਂ ਹੱਲਾਸ਼ੇਰੀ ਮਿਲ ਗਈ, ਲੇਕਿਨ ਮਾਵਾਂ ਦੇ ਲਈ ਕਿਹਾ ਜਾਂਦਾ ਹੈ ਕਿ ਪੁੱਤ ਜਿਹੜੇ ਨਾ ਜਾਨ ਹੁੰਦੇ ਨੇ ਤੇ ਪੁੱਤਾਂ ਦੇ ਲਈ ਮਾਵਾਂ ਜਿਹੜੀਆਂ ਜਾਨ ਹੁੰਦੀਆਂ ਨੇ। ਸੋ ਤੁਹਾਡੇ ਮਾਤਾ ਜੀ ਵੱਲੋਂ ਕਿਵੇਂ ਦਾ ਸਪੋਰਟ ਰਿਹਾ? ਹਾਂਜੀ, ਕਹਿੰਦੇ ਆ ਕਿ ਮਾਵਾਂ ਦੇ ਜਿਗਰੇ ਬਹੁਤ ਥੋੜ੍ਹੇ ਹੁੰਦੇ ਆ ਕਿ ਇੱਦਾਂ ਦੀਆਂ ਚੀਜ਼ਾਂ ਦੇਖ ਕੇ ਡਰਦੇ ਆ ਜੀ ਉਹ ਚੀਜ਼ਾਂ। ਪਰ ਮੈਂ ਕਹਿੰਦਾ ਮੇਰੀ ਮੰਮੀ ਬਹੁਤ ਵਧੀਆ ਨੇ, ਉਹਨਾਂ ਦਾ ਵੱਡਾ ਜਿਗਰਾ ਵਾਹਿਗੁਰੂ ਜੀ ਦੀ ਕਿਰਪਾ ਨਾਲ। ਤੇ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਇਹ ਕੰਮ ਤੋਂ, ਮੈਨੂੰ ਉਹਨਾਂ ਨੇ ਵੀ ਬੜੀ ਹੱਲਾਸ਼ੇਰੀ ਦਿੱਤੀ, ਕਹਿੰਦੇ ਪੁੱਤ ਕਰਿਆ ਕਰ ਤੇ ਧਿਆਨ ਨਾਲ ਕਰਿਆ ਕਰ, ਇੱਦਾਂ ਦਾ ਕੋਈ ਚੱਕਰ ਨਹੀਂ ਆ, ਅਸੀਂ ਤੇਰੇ ਨਾਲ ਆ ਜੀ। ਬੜੀ ਵਧੀਆ ਹੱਲਾਸ਼ੇਰੀ ਦਿੱਤੀ ਜੀ ਉਹਨਾਂ ਨੇ। ਤੇ ਸੱਟਾਂ ਕਿੰਨੀਆਂ ਕੁ ਲੱਗੀਆਂ ਨੇ? ਸੱਟਾਂ ਤੇ ਕਾਫੀ ਲੱਗੀਆਂ। ਮੈਂ ਸੇਫਟੀ ਨਾਲ ਹੀ ਕਰਦਾ ਹੁੰਦਾ ਜੀ। ਜਦੋਂ ਮੈਂ ਡੇਲੀ ਦੀ ਪ੍ਰੈਕਟਿਸ ਕਰਦਾ ਹੁੰਦਾ 3 ਤੋਂ 4 ਘੰਟੇ ਦੀ, ਮੈਂ ਹੈਲਮਟ, ਸਭ ਤੋਂ ਪਹਿਲੇ ਮੇਰੇ ਕੋਲ ਹੈਲਮਟ ਨਹੀਂ ਸੀ ਹੁੰਦਾ ਤੇ ਮੈਂ ਸ਼ੁਰੂ ਤੋਂ ਇਹ ਰੱਖਿਆ ਸੀਗਾ ਕਿ ਆਪਾਂ ਸੇਫਟੀ ਨਾਲ ਹੀ ਕਰਾਂਗੇ ਇਸ ਚੀਜ਼ ਨੂੰ। ਮੈਂ ਆਪਣੇ ਗੁਆਂਢੀਆਂ ਦਾ ਹੈਲਮਟ ਮੰਗ ਕੇ ਲਿਆਉਂਦਾ ਹੁੰਦਾ ਸੀਗਾ, ਇੱਦਾਂ ਪ੍ਰੈਕਟਿਸ ਕਰਨੀ ਉਹਦੇ ਨਾਲ। ਫਿਰ ਉਹ ਮੇਰੇ ਕੋਲ ਹੀ ਹੁੰਦਾ ਸੀ, ਜਦੋਂ ਉਹਨਾਂ ਨੂੰ ਚਾਹੀਦਾ ਹੁੰਦਾ ਸੀਗਾ ਮੈਂ ਦੇ ਦਿੰਦਾ ਹੁੰਦਾ ਸੀਗਾ ਉਹਨਾਂ ਨੂੰ। ਫਿਰ ਮੈਂ ਆਪਣਾ ਹੈਲਮਟ ਖਰੀਦਿਆ। ਜਦੋਂ ਤੱਕ ਮੇਰੇ ਕੋਲ ਉਹਨਾਂ ਦਾ ਹੈਲਮਟ ਸੀ ਉਦੋਂ ਤੱਕ ਤਾਂ ਮੈਂ ਮਤਲਬ ਕਦੀ ਇੱਦਾਂ ਡਿੱਗਿਆ ਨਹੀਂ, ਪਰ ਜਦੋਂ ਮੈਂ ਆਪਣਾ ਹੈਲਮਟ ਲਿਆ ਸੀਗਾ ਫਿਰ ਮੈਂ 1-2 ਵਾਰੀ ਡਿੱਗਿਆ ਤੇ ਮੈਨੂੰ ਪਤਾ ਲੱਗਿਆ ਕਿ ਸੇਫਟੀ ਕਿੰਨੀ ਜ਼ਰੂਰੀ ਆ। ਹੈਲਮਟ ਮੇਰਾ ਬਹੁਤ ਵਧੀਆ ਜੀ, ਉਹ ਕਾਫੀ ਮਹਿੰਗਾ ਆ। ਤੇ ਮੈਂ ਤੁਹਾਡੇ ਇਸ ਚੈਨਲ ਰਾਹੀਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮੇਰੇ ਭਰਾ ਕੋਈ ਮੈਨੂੰ ਦੇਖ ਕੇ ਜਾਂ ਕੋਈ ਇੱਦਾਂ ਦੀ ਫਿਲਮਾਂ ਨੂੰ ਦੇਖ ਕੇ ਕਹਿੰਦੇ ਆ ਕਿ ਅਸੀਂ ਇਹ ਚੀਜ਼ ਨੂੰ ਅਪਣਾਈਏ ਜਾਂ ਕਰੀਏ, ਕੋਈ ਪੰਗੇ ਲੈਂਦਾ, ਉਹ ਇੱਦਾਂ ਨਾ ਪੰਗੇ ਲਓ, ਉਹਨੂੰ ਵਧੀਆ ਤਰੀਕੇ ਸਿੱਖੋ ਤੇ ਪੂਰੀ ਗਾਈਡਨੈਸ ਲਓ, ਉਹਦੀ ਸੇਫਟੀ ਨਾਲ ਕਰਿਆ ਕਰੋ। ਤੇ ਮਤਲਬ ਕਿ ਪਬਲਿਕ ਪਲੇਸ ਨਾ ਹੋਣਾ ਨਹੀਂ ਚਾਹੀਦਾ ਪ੍ਰੈਕਟਿਸ ਕਰਦੇ ਸਮੇਂ। ਜਦੋਂ ਤੁਸੀਂ ਪੂਰੇ ਵਧੀਆ ਸਿੱਖ ਜਾਓਗੇ ਉਦੋਂ ਤੁਸੀਂ ਪਬਲਿਕ ਪਲੇਸ ਤੇ ਉਹ ਟ੍ਰਿਕ ਦਿਖਾਓ ਕਿ ਜਿਹੜੇ ਤੁਹਾਡੇ ਲਈ ਸੇਫ ਆ, ਜਿਹੜੇ ਤੁਸੀਂ ਆਪ ਮਤਲਬ ਕਿ ਕਰ ਸਕਦੇ ਸੇਫਲੀ। ਅਕਸਰ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਉਹ ਦੇਖੋ ਦੇਖੀ ਜਿਹੜੀ ਕਹਿੰਦੇ ਆ ਨਾ ਕਿ ਭੇਡ ਦੀ ਚਾਲ ਹੈ ਇੱਕ, ਦੇਖੋ ਦੇਖੀ ਅੱਗੇ ਵਧਣਾ। ਜੇ ਉਹਨੇ ਇਹ ਕੰਮ ਕੀਤਾ ਤੇ ਮੈਂ ਵੀ ਇਹ ਕੰਮ ਕਰਨਾ, ਜੇ ਉਹ ਕਰ ਰਿਹਾ ਤੇ ਮੈਂ ਪਿੱਛੇ ਕਿਉਂ ਰਵਾਂ। ਤੁਹਾਨੂੰ ਦੇਖ ਕੇ ਤੁਹਾਡੇ ਮਹੱਲੇ 'ਚੋਂ ਜਾਂ ਤੁਹਾਡੇ ਜਿਹੜੇ ਦੋਸਤ ਨੇ ਉਹਨਾਂ ਨੇ ਕਿਸੇ ਨੇ ਇਹ ਚੀਜ਼ ਅਪਣਾਈ ਹੈ ਵੀ ਜੇ ਗੁਰੀ ਸਟੰਟ ਕਰ ਰਿਹਾ ਤੇ ਮੈਂ ਵੀ ਸਟੰਟ ਕਰਨੇ ਨੇ? ਨਹੀਂ, ਹਜੇ ਤੱਕ ਤਾਂ ਇਹ ਚੀਜ਼ ਮਤਲਬ ਕਿ ਮੁਹੱਲੇ ਦੇ ਵਿੱਚੋਂ ਵੀ ਕਿਸੇ ਨੇ ਨਹੀਂ। ਛੋਟੇ ਛੋਟੇ ਬੱਚੇ ਆ, ਉਹ ਦੇਖ ਕੇ ਬਹੁਤ ਖੁਸ਼ ਹੁੰਦੇ ਆ ਕਿ ਗੁਰੀ ਜਦੋਂ ਬਾਈਕ ਕੱਢਦਾ ਆ ਬਾਹਰ ਤੇ ਉਹ ਦੇਖ ਕੇ ਬੜੇ ਖੁਸ਼ ਹੁੰਦੇ ਕਿ ਗੁਰੀ ਵੀਰੇ ਇੱਕ ਸਟੰਟ ਕਰ ਦਿਓ, ਇੱਕ ਸਟੰਟ ਕਰ ਦਿਓ, ਇੱਦਾਂ ਕਰਕੇ। ਤੇ ਮੇਰਾ ਇੱਕ ਦੋਸਤ ਸੀਗਾ, ਉਹਨੇ ਮੇਰੀਆਂ ਵੀਡੀਓ ਵੇਖੀਆਂ ਜਦੋਂ ਮਤਲਬ ਕਿ ਸੋਸ਼ਲ ਮੀਡੀਆ 'ਤੇ ਇੱਦਾਂ ਹੀ ਆ ਕਿ ਆਪਾਂ ਜਦੋਂ ਕੋਈ ਇੱਦਾਂ ਦੀ ਚੀਜ਼ ਪਾਉਂਦੇ ਆ ਜਦੋਂ ਵਾਇਰਲ ਹੁੰਦੀ ਆ। ਤੇ ਇੱਕ ਹੀ ਮੇਰਾ ਇੱਦਾਂ ਮਤਲਬ ਕਿ ਫਰੈਂਡ ਬਣਿਆ, ਉਹਨੇ ਸਟੰਟ ਮੇਰੇ ਦੇਖੇ, ਉਹਨੂੰ ਵੀ ਕਿਤੇ ਸ਼ੌਂਕ ਸੀਗਾ ਪਹਿਲੇ। ਫਿਰ ਉਹਦੀ ਮੈਨੂੰ ਕਾਲ ਆਈ, ਕਹਿੰਦਾ ਵੀਰੇ ਮੈਂ ਮਤਲਬ ਕਿ ਮੈਸੇਜ ਆਏ ਸੀਗੇ ਸੌਰੀ। ਤੇ ਫਿਰ ਉਹ ਮੈਨੂੰ ਜਦੋਂ ਮੈਸੇਜ ਆਏ ਮੈਂ ਕਿਹਾ ਕੋਈ ਨਹੀਂ ਵੀਰੇ ਮਿਲਦੇ ਆ ਆਪਾਂ। ਤੇ ਉਹਨੂੰ ਮੈਂ ਇਹੀ ਗਰਾਊਂਡ ਦੇ ਵਿੱਚ ਉਹਨੂੰ ਮੈਂ ਬੁਲਾਇਆ। ਫਿਰ ਉਹਨੂੰ ਮੈਂ ਉਹਨੇ ਮੈਨੂੰ ਦੱਸਿਆ ਕਿ ਵੀਰੇ ਮੈਂ ਇੱਦਾਂ ਕਰਕੇ ਟ੍ਰਿਕ ਕਰਦਾ। ਮੈਂ ਕਿਹਾ ਦਿਖਾ ਮੈਨੂੰ ਕਰਕੇ। ਫਿਰ ਉਹਨੂੰ ਮੈਂ ਗਾਈਡ ਕੀਤਾ ਤੇ ਉਹ ਬਹੁਤ ਵਧੀਆ ਮੇਰੇ ਨਾਲ ਕਰਨ ਲੱਗ ਪਿਆ ਸੀਗਾ। ਪ੍ਰੈਕਟਿਸ ਵਧੀਆ ਸੀਗੇ, ਉਹਨੂੰ ਮਤਲਬ ਕਿ ਉਹਨੂੰ ਵੀ ਜਨੂਨ ਸੀਗਾ ਪੂਰਾ, ਮੇਰੇ ਤੋਂ ਸਿੱਖਿਆ। ਤੇ ਹੁਣ ਇਸ ਟਾਈਮ ਉਹ ਅਮਰੀਕਾ ਦੇ ਵਿੱਚ ਆ ਜੀ। ਤੇ ਵਧੀਆ ਉੱਥੇ ਕਹਿੰਦਾ ਕਿ ਵੀਰੇ ਆਪਾਂ ਕੰਟੀਨਿਊ ਇਹ ਕੰਮ ਰੱਖਣਾ ਅਮਰੀਕਾ ਦੇ ਵਿੱਚ ਵੀ। ਕਹਿੰਦਾ ਬਸ ਬਾਬਾ ਕਿਰਪਾ ਕਰੇ ਕਿ ਇੱਕ ਵਾਰੀ ਮੌਕਾ ਮਿਲ ਜਾਵੇ ਆਪਾਂ ਨੂੰ ਇੱਥੇ। ਗੁਰੀ ਬਚਪਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਮੈਂ ਪੰਗੇ ਲੈਂਦਾ ਹੁੰਦਾ ਸੀਗਾ, ਉਹ ਪੰਗੇ ਕਿਵੇਂ ਜਨੂਨ ਦੇ ਵਿੱਚ ਬਦਲੇ? ਕਦੀ ਸੋਚਿਆ ਸੀਗਾ ਕਿ ਇੰਡਸਟਰੀ ਦੇ ਵਿੱਚ ਵੀ ਜਾਣ ਦਾ ਮੌਕਾ ਮਿਲੇਗਾ? ਨਹੀਂ, ਇਹ ਚੀਜ਼ ਕਦੀ ਵੀ ਨਹੀਂ ਸੀਗੀ ਸੋਚੀ। ਮੈਂ ਸਿਰਫ ਇਹ ਸੀਗਾ ਕਿ ਹਾਂ ਮੈਂ ਸਿੱਖ ਲਿਆ ਤੇ ਆਪਣਾ ਮੈਂ ਇੱਦਾਂ ਹੀ ਇਹਦੀਆਂ ਰੀਲਸ ਹੀ ਅਪਲੋਡ ਕਰਿਆ ਕਰੂੰਗਾ। ਉਸ ਟਾਈਮ ਚਲੋ ਰੀਲਸ ਨਹੀਂ ਸੀ ਕਿ ਪਹਿਲੇ ਤਾਂ ਮੈਂ ਜਦੋਂ ਮੈਨੂੰ 1-2 ਟ੍ਰਿਕ ਆ ਗਏ ਸੀਗੇ ਉਦੋਂ ਮੈਂ ਕੋਈ ਆਪਣੀ ਪੋਸਟ ਸ਼ੋਅ ਨਹੀਂ ਸੀ ਕਰਦਾ ਹੁੰਦਾ। ਮੈਂ ਕਿਸੇ ਨੂੰ ਦੱਸਦਾ ਵੀ ਨਹੀਂ ਸੀ ਹੁੰਦਾ ਕਿ ਮੈਂ ਇਹ ਚੀਜ਼ ਕਰਦਾ, ਕਿਉਂਕਿ ਮੈਨੂੰ ਇਹ ਸੀਗਾ ਕਿ ਹਜੇ ਤੱਕ ਮੈਨੂੰ ਕੁਛ ਵੀ ਨਹੀਂ ਆਇਆ ਕਿ ਜੇ ਮੈਂ ਇਹ ਚੀਜ਼ ਅਪਲੋਡ ਕਰੂੰਗਾ ਜਾਂ ਮੈਂ ਕਿਸੇ ਦੇ ਸਾਹਮਣੇ ਡਿੱਗ ਗਿਆ ਤੇ ਫਿਰ ਮੇਰੀ ਇਨਸਲਟ ਹੋਊਗੀ। ਤੇ ਜਦੋਂ ਮੈਂ ਪ੍ਰੋਪਰ ਇਹਨੂੰ ਸਿੱਖ ਲਏ ਸੀਗੇ 2 ਦਿਨ ਟ੍ਰਿਕ, ਫਿਰ ਮੈਂ ਵੀਡੀਓ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਆਪਣੀਆਂ। ਫਿਰ ਮੇਰੇ ਮਤਲਬ ਕਿ ਜੋ ਮੇਰੇ ਦੋਸਤ ਸੀਗੇ, ਕਲਾਸਮੇਟ ਸੀਗੇ, ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਗੁਰੀ ਤੂੰ ਤਾਂ ਆਹ ਕੰਮ ਕਰਦਾ ਤੇ ਬਹੁਤ ਵਧੀਆ ਆ। ਤੇ ਇੱਦਾਂ ਕਰਕੇ ਹੋਇਆ ਜੀ। ਕਿਵੇਂ ਲੱਗਦਾ ਜਦੋਂ ਯਾਰ ਦੋਸਤ ਸਪੋਰਟ ਕਰਦੇ ਨੇ ਕਿ ਵਾਹ ਗੁਰੀ ਬਹੁਤ ਸੋਹਣਾ ਕੰਮ ਕਰ ਰਿਹਾ? ਬਹੁਤ ਵਧੀਆ ਸਪੋਰਟ ਕਰਦੇ ਆ ਜੀ। ਇਹ ਮਤਲਬ ਕਿ ਇਹਦੇ ਵਿੱਚ ਇੱਕ ਹੋਰ ਵੀ ਰਾਜ ਹੈਗਾ ਜੀ, ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਉਹ ਰਾਜ ਇਹ ਆ ਕਿ ਜਦੋਂ ਮੈਂ ਪਹਿਲੇ ਮੈਂ ਸ਼ਾਇਦ 9ਵੀਂ ਕਿ 10ਵੀਂ ਕਲਾਸ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਉਦੋਂ ਮੈਂ ਪੰਗੇ ਜ਼ਰੂਰ ਲੈਂਦਾ ਹੁੰਦਾ ਸੀਗਾ, ਪਰ ਕਿਸੇ ਦੇ ਸਾਹਮਣੇ ਨਹੀਂ। ਇੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਖਾਲੀ ਗਰਾਊਂਡ ਦੇ ਵਿੱਚ ਹੀ ਲੈਂਦਾ ਹੁੰਦਾ ਸੀ। ਤੇ ਸਾਈਕਲ ਸੀਗਾ ਮੇਰੇ ਕੋਲ ਰੇਂਜਰ,
ਤੇ ਉਹ ਮੈਂ ਜਦੋਂ ਉਹਨੂੰ ਕਾਫੀ ਮਤਲਬ ਕਿ ਤੇਜ਼ ਭਜਾਉਂਦਾ ਹੁੰਦਾ ਸੀਗਾ, ਮੈਂ ਉਹਦੀ ਬ੍ਰੇਕ ਦਾ ਸੈਟਅਪ ਇਦਾਂ ਕੀਤਾ ਸੀਗਾ ਕਿ ਬੈਕ ਸਾਈਡ ਤੋਂ ਚੱਕਿਆ ਜਾਂਦਾ ਹੁੰਦਾ ਸੀਗਾ ਉਹਦਾ ਟਾਇਰ। ਜੀ ਤੇ ਮੇਰੇ ਨਾ ਆਪਣਾ ਕਲਾਸ ਦੇ 1-2 ਮੁੰਡਿਆਂ ਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਕਿ ਇਹ ਸਟੰਟ ਕਰਦਾ। ਉਹਨਾਂ ਨੇ ਕਲਾਸ ਦੇ ਵਿੱਚ ਰੌਲਾ ਪਾਇਆ ਕਿ ਗੁਰੀ ਇਦਾਂ ਆਪਣਾ ਸਟੰਟ ਕਰਦਾ ਆ। ਤੇ ਫਿਰ ਬਾਅਦ ਵਿੱਚ ਮੇਰੇ ਜਿੱਦਣ ਛੁੱਟੀ ਦਾ ਟਾਈਮ ਸੀਗਾ ਤੇ ਮੇਰੇ ਕਲਾਸਮੇਟ ਕੁੜੀਆਂ ਸੀਗੀਆਂ ਜਿਹੜੀਆਂ ਤੇ ਆਪਣਾ ਨਾਲ ਦੋਸਤ ਸੀਗੇ ਮੇਰੇ, ਕਹਿੰਦੇ ਕਿ ਆਪਾਂ ਤੇਰਾ ਨਾ ਇੱਕ ਸਟੰਟ ਦੇਖਣਾ ਆ ਕਿ ਅੱਜ ਤੇਰੇ ਤੋਂ ਕਰਕੇ ਦਿਖਾ ਤੂੰ ਸਾਨੂੰ। ਤੇ ਮੈਂ ਕਿਹਾ ਨਹੀਂ ਯਾਰ ਮੈਂ ਕਰਕੇ ਨਹੀਂ ਦਿਖਾਉਣਾ। ਕਹਿੰਦੇ ਨਹੀਂ ਸਾਨੂੰ ਪਤਾ ਤੂੰ ਸਟੰਟ ਬਹੁਤ ਵਧੀਆ ਕਰਦਾ, ਤੂੰ ਕਰਕੇ ਦਿਖਾ। ਮੈਂ ਕਿਹਾ ਕੋਈ ਗੱਲ ਨਹੀਂ, ਚਲੋ ਤੂੰ ਕਰਕੇ ਦਿਖਾਉਣਾ ਤੁਹਾਨੂੰ। ਫਿਰ ਮੈਂ ਸਾਈਕਲ ਸਟੈਂਡ ਤੋਂ ਸਾਈਕਲ ਲੈ ਕੇ ਆਇਆ, ਮੈਂ ਕਾਫੀ ਤੇਜ਼ ਲੈ ਕੇ ਆਇਆ। ਇੱਕ ਨਾ ਛੋਟਾ ਜਿਹਾ ਦਰਵਾਜ਼ਾ ਸੀਗਾ, ਉਹ ਦਰਵਾਜ਼ੇ ਦੇ ਵਿੱਚੋਂ ਸਾਰੇ ਜਣੇ ਬਾਹਰ ਆਉਂਦੇ ਹੁੰਦੇ ਸੀਗੇ ਛੁੱਟੀ ਦੇ ਟਾਈਮ। ਤੇ ਮੈਂ ਜਦੋਂ ਆ ਕੇ ਉੱਥੇ ਜਦੋਂ ਮੈਂ ਲਗਾਈ ਤੇ ਬ੍ਰੇਕ ਦੀ ਵਾਇਰ ਜਿਹੜੀ ਉਹ ਟੁੱਟ ਗਈ ਤੇ ਮੇਰਾ ਸਾਈਕਲ ਬਹੁਤ ਜ਼ੋਰ ਦੀ ਕੰਧ ਦੇ ਵਿੱਚ ਵੱਜਾ। ਔਰ ਮੇਰੇ ਦੋਸਤ, ਉਹ ਜਿਹੜੀਆਂ ਕੁੜੀਆਂ ਸੀਗੀਆਂ ਨਾਲ ਕਲਾਸਮੇਟ ਜਾਂ ਮੇਰੇ ਦੋਸਤ ਸੀਗੇ ਕਲਾਸਮੇਟ, ਤੇ ਮੈਨੂੰ ਕਹਿੰਦੇ ਲੈ ਵੱਡਾ ਸਟੰਟਮੈਨ ਬਣਿਆ ਫਿਰਦਾ ਵਾ, ਕਰਨੇ ਤੈਨੂੰ ਆਉਂਦੇ ਨਹੀਂਗੇ। ਉਹ ਮੇਰੇ ਮੱਥੇ ਤੇ ਵੀ ਸੱਟ ਲੱਗੀ, ਚਲੋ ਬਚਾਅ ਹੋ ਗਿਆ। ਤੇ ਉਦੋਂ ਬੜੀ ਦਿਲ ਨੂੰ ਗੱਲ ਲੱਗੀ। ਮੈਂ ਕਿਹਾ ਕੋਈ ਗੱਲ ਨਹੀਂ, ਹੁਣ ਮੈਂ ਕਿਹਾ ਤੁਹਾਨੂੰ ਵੱਡਾ ਸਟੰਟਮੈਨ ਬਣ ਕੇ ਹੀ ਦਿਖਾਉਣਾ ਆ। ਤੇ ਫਿਰ ਚਲੋ ਮੈਂ ਬਾਅਦ ਵਿੱਚ ਪ੍ਰੈਕਟਿਸ ਕਰਦਾ ਰਿਹਾ ਤੇ ਬਾਬਾ ਜੀ ਦੀ ਕਿਰਪਾ ਹੋਈ, ਉਸ ਵਾਹਿਗੁਰੂ ਜੀ ਦੀ, ਤੇ ਵਧੀਆ ਹੋ ਗਿਆ ਹੁਣ। ਗੁਰੀ, ਜਦੋਂ ਤੁਸੀਂ ਆਪਣੇ ਦੋਸਤਾਂ ਨੂੰ ਅੱਜ ਪ੍ਰੂਫ ਕਰਕੇ ਦਿਖਾਇਆ ਹੈ ਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਵੱਡਾ ਸਟੰਟਮੈਨ ਬਣਿਆ ਫਿਰਦਾ ਹੈ, ਅੱਜ ਵਾਕਈ ਗੁਰੀ ਮਥਾੜੂ ਨੂੰ ਜਦੋਂ ਦੁਨੀਆ ਜਾਣਦੀ ਹੈ, ਲੋਕ ਆ ਕੇ ਫੋਟੋਆਂ ਖਿਚਾਉਂਦੇ ਨੇ, ਜਾਂ ਇੰਡਸਟਰੀ ਦੇ ਵਿੱਚ ਵੀ ਇੱਕ ਨਾਮ ਹੈ ਗੁਰੀ ਮਥਾੜੂ, ਸੋ ਕਿਵੇਂ ਦਾ ਲੱਗਦਾ ਹੈ? ਬਹੁਤ ਖੁਸ਼ੀ ਹੁੰਦੀ ਹੈ ਜੀ ਇਸ ਚੀਜ਼ ਦੀ ਕਿ ਹੁਣ ਜਿਹੜੇ ਮੈਨੂੰ ਉਦੋਂ ਕਹਿੰਦੇ ਸੀਗੇ ਤੇ ਉਹ ਮੈਨੂੰ ਹੁਣ ਬੜੇ ਵਧੀਆ ਮੇਰੇ ਦੋਸਤ, ਉਹ ਪਹਿਲੇ ਤਾਂ ਚਲੋ ਦੋਸਤ ਹੀ ਸੀਗੇ ਆਪਣੇ, ਹੈ ਨਾ ਜੀ, ਤੇ ਹੁਣ ਬਹੁਤ ਵਧੀਆ ਖੁਸ਼ ਹੁੰਦੇ ਆ ਕਿ ਲੈ ਵੀਰੇ ਤੇਰੀ ਮਿਹਨਤ ਨੇ ਰੰਗ ਲਿਆਂਦਾ ਆ ਇਦਾਂ ਕਰਕੇ। ਤੇ ਸਾਰੇ ਜਣੇ ਬਹੁਤ ਖੁਸ਼ ਹੁੰਦੇ ਆ। ਤੇ ਇੱਕ ਚੀਜ਼ ਹੋਰ, ਤੁਸੀਂ ਆਪਣਾ ਹੁਣੇ ਮੈਨੂੰ ਕਿਹਾ ਸੀਗਾ ਕਿ ਜਿਹੜੇ ਮਤਲਬ ਕਿ ਤਾਨੇ ਮਿਹਣੇ ਉਦੋਂ ਵੱਜਦੇ ਸੀਗੇ, ਤੇ ਤਾਨੇ ਮਿਹਣੇ ਤਾਂ ਹੁਣ ਵੀ ਵੱਜਦੇ ਆ। ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਆ ਤੇ ਫਿਰ ਕਈ ਕਹਿੰਦੇ ਆ ਕਿ ਲੈ ਇਹ ਸਰਕਸ ਵਾਲੇ ਕੰਮ ਕਰਦਾ, ਸਿਰ ਤੇ ਦਸਤਾਰ ਬੰਨੀ ਹੋਈ ਆ, ਇਦਾਂ ਮਤਲਬ ਕਿ ਬਹੁਤ ਗਾਲਾਂ ਵੀ ਪੈਂਦੀਆਂ ਆ। ਮੈਂ ਦੇਖਦਾ ਹੁੰਦਾ, ਕਮੈਂਟ ਰੀਡ ਕਰਦਾ ਹੁੰਦਾ, ਤੇ ਪਰ ਮੈਂ ਰਿਪਲਾਈ ਵੀ ਕਈਆਂ ਨੂੰ ਕਰਦਾ ਹੁੰਦਾ ਆ। ਰਿਪਲਾਈ ਮੈਂ ਕਦੀ ਵੈਸੇ ਮੈਨੂੰ ਲੱਗਦਾ ਕਿ ਮੈਂ ਗਲਤ ਨਹੀਂ ਕੀਤਾ, ਮੈਨੂੰ ਤਾਂ ਪਤਾ ਲੱਗਦਾ ਗਲਤ ਨਹੀਂ ਕੀਤਾ ਕਿਉਂਕਿ ਮੈਨੂੰ ਜਿਹੜਾ ਕੋਈ ਮੇਰਾ ਕਮੈਂਟ ਰੀਡ ਕਰਦਾ ਉਹ ਮੈਨੂੰ ਪਰਸਨਲੀ ਮੈਸੇਜ ਕਰਕੇ ਕਹਿੰਦਾ ਯਾਰ ਵੀਰੇ ਅੱਗੋਂ ਤੈਨੂੰ ਇੰਨੀਆਂ ਗਾਲਾਂ ਪੈ ਰਹੀਆਂ ਤੇ ਤੂੰ ਕਿੱਦਾਂ ਇੰਨੇ ਠੰਡੇ ਸੁਭਾਅ ਨਾਲ ਉਹਨਾਂ ਨਾਲ ਗੱਲ ਕਰ ਰਿਹਾ, ਉਹਨਾਂ ਨੂੰ ਕਿੱਦਾਂ ਮਤਲਬ ਕਿ ਸਮਝਾ ਰਿਹਾ। ਤੇ ਚਲੋ ਮੈਂ ਕਹਿੰਦਾ ਕਿ ਕਿਸੇ ਨੂੰ ਵੀ ਇੱਦਾਂ ਵੈਸੇ ਲੜਨਾ ਹੀ ਨਹੀਂ ਚਾਹੀਦਾ, ਕਿ ਜੋ ਵੀ ਇੱਦਾਂ ਜੇ ਤੁਸੀਂ ਰਿਪਲਾਈ ਦੇਣਾ ਵਾ ਤੇ ਪਿਆਰ ਮੁਹੱਬਤ ਵਾਲਾ ਹੀ ਰਿਪਲਾਈ ਦਿਓ, ਤੇ ਜੇ ਤੁਸੀਂ ਨਹੀਂ ਦੇਣਾ ਤੇ ਫਿਰ ਰਿਪਲਾਈ ਨਾ ਹੀ ਦਿਓ ਕਿਸੇ ਨੂੰ, ਫਿਰ ਇੱਦਾਂ ਹੀ ਚੱਲਣ ਦਿਓ ਜੀ ਕੰਟੀਨਿਊ ਜਿਹੜਾ ਕੰਮ ਚੱਲ ਰਿਹਾ। ਜੀ ਬਿਲਕੁਲ, ਮੈਂ ਇਸੇ ਸਵਾਲ ਤੇ ਆਉਣਾ ਸੀਗਾ ਕਿ ਦਸਤਾਰ ਬੰਨੀ ਹੈ, ਸਟੰਟ ਕਰਦੇ ਹੋ, ਲੋਕ ਇਹਨੂੰ ਕਈ ਗਲਤ ਤਰੀਕੇ ਦੇ ਨਾਲ ਵੀ ਦੇਖਦੇ ਨੇ, ਕਈ ਐਪਰੀਸ਼ੀਏਟ ਵੀ ਕਰਦੇ ਨੇ ਕਿ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਜਿਹੜਾ ਆਪਣਾ ਸੁਪਨਾ ਹੈ ਉਹਨੂੰ ਪੂਰਾ ਕਰ ਰਹੇ ਹੋ। ਸੋ ਕਿੰਨੀ ਕੁ ਨੈਗੇਟਿਵਿਟੀ ਲੋਕ ਦਿਖਾਉਂਦੇ ਨੇ ਕਿ ਦਸਤਾਰ ਬੰਨੀ ਹੈ, ਸਰਕਸ ਵਾਲੇ ਕੰਮ ਨੇ, ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਟੈਕਲ ਕਰਦੇ ਹੋ? ਆਪਾਂ ਬਸ ਇੱਕ ਕੰਨ ਦੀ ਸੁਣੀ ਦੀ ਆ, ਦੂਸਰੇ ਕੰਨ ਦੀ ਕੱਢ ਦੀ ਆ। ਦੇਖੋ ਲੋਕਾਂ ਨੇ ਤਾਂ ਕਿਸੇ ਨੇ ਮੋਟੀਵੇਟ ਵੀ ਕਰਨਾ, ਕਿਸੇ ਨੇ ਡੀਮੋਟੀਵੇਟ ਵੀ ਕਰਨਾ, ਪਰ ਮੈਂ ਕਹਿੰਦਾ ਕਿ ਸਭ ਨੂੰ ਨਾ ਨੈਗੇਟਿਵਿਟੀ ਨਹੀਂ ਲਿਆਉਣਾ ਚਾਹੀਦੀ, ਪੋਜ਼ਿਟਿਵ ਹੀ ਸੋਚਣਾ ਚਾਹੀਦਾ। ਤੁਸੀਂ ਆਪਣਾ ਕੰਮ ਕਰੋ, ਤੁਹਾਡੇ ਨਾਲ ਵਧੀਆ ਜਿਹੜੇ ਦੋਸਤ ਮਿੱਤਰ ਆ ਤੁਹਾਡੇ ਘਰ ਦਾ ਵਧੀਆ ਤੁਹਾਡੇ ਸਾਥ ਦੇ ਰਹੇ ਆ, ਤੇ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਹੈਗੀ। ਅਗਰ ਦੇਖੋ ਜਿਹੜੇ ਕੰਮ ਤੋਂ ਤੁਹਾਡੇ ਘਰ ਦੇ ਰੋਕਣਗੇ ਨਾ, ਘਰ ਦੇ ਕਿਸੇ ਨੂੰ ਵੀ, ਆਪਣਾ ਬੇਟੇ ਨੂੰ ਆਪਣੇ ਬੇਟੀ ਨੂੰ ਕਦੇ ਵੀ ਆਪਣੇ ਬੱਚਿਆਂ ਨੂੰ ਗਲਤ ਗਾਈਡ ਨਹੀਂ ਕਰਦੇ। ਉਹਨਾਂ ਨੇ ਜੋ ਤੁਹਾਨੂੰ ਸਲਾਹ ਦੇਣਗੇ ਉਹ ਵਧੀਆ ਹੀ ਦੇਣਗੇ। ਅਗਰ ਤੁਹਾਡੇ ਘਰ ਦੇ ਕਿਸੇ ਕੰਮ ਤੋਂ ਤੁਹਾਨੂੰ ਰੋਕਦੇ ਆ ਤੇ ਉਹਦੇ ਵਿੱਚ ਵੀ ਕੁਛ ਰਾਜ ਹੀ ਹੈ ਨਾ ਕਿ ਉਹ ਤੁਹਾਡੇ ਭਲੇ ਲਈ ਸੋਚ ਰਹੇ। ਤੇ ਮੈਂ ਕਹਿੰਦਾ ਕਿ ਮੇਰੇ ਘਰ ਦੇ ਮੈਨੂੰ ਇਸ ਕੰਮ ਲਈ ਸਾਥ ਦੇ ਰਹੇ ਆ ਮੇਰਾ, ਤੇ ਮੈਂ ਇਸ ਗੱਲ ਦੇ ਵਿੱਚ ਬਹੁਤ ਖੁਸ਼ ਹਾਂ। ਤੇ ਫਿਰ ਮੈਂ ਚਲੋ ਲੋਕੀ ਜਿਹੜਾ ਮਤਲਬ ਕਿ ਗਾਲਾਂ ਕੱਢ ਕੇ ਪਿਆਰ ਦਿੰਦੇ ਉਹ ਵੀ ਆਪਣੇ ਸਿਰ ਮੱਥੇ ਆ ਜੀ, ਆਪਾਂ ਖੁਸ਼ ਹੀ ਹਾਂ ਜੀ ਇਸ ਗੱਲ ਤੋਂ ਵੀ। ਹੁਣ ਆਪਾਂ ਗੱਲ ਕਰਦੇ ਹਾਂ ਇੰਡਸਟਰੀ ਦੀ, ਬਹੁਤ ਸਾਰੇ ਗਾਣਿਆਂ ਦੇ ਵਿੱਚ ਆਉਣ ਦਾ ਵੀ ਮੌਕਾ ਮਿਲਿਆ, ਉਸ ਚੀਜ਼ ਨਾਲ ਰਾਬਤਾ ਕਿਵੇਂ ਕਾਇਮ ਹੋਇਆ ਸੀਗਾ? ਸਭ ਤੋਂ ਵਧੀਆ ਗੱਲ ਇਹ ਹੈ ਜੀ, ਜਿੱਦਾਂ ਤੁਸੀਂ ਮਤਲਬ ਕਿ ਇੰਟਰਵਿਊ ਕਰਦੇ ਆ, ਇਹਦੇ ਰਾਹੀਂ ਮਤਲਬ ਕਿ ਕਾਫੀ ਗਾਣਿਆਂ ਤੱਕ ਪਹੁੰਚਿਆ ਜਾਂਦਾ ਮਤਲਬ ਕਿ ਇੰਡਸਟਰੀ ਦੇ ਵਿੱਚ, ਕਿਉਂਕਿ ਤੁਹਾਡੇ ਤੋਂ ਹੀ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਜਾਂ ਸੋਸ਼ਲ ਮੀਡੀਆ ਹੁਣ ਜ਼ਿਆਦਾ ਇੱਦਾਂ ਮਤਲਬ ਕਿ ਰੀਲਸ ਚੱਲਣ ਲੱਗੀਆਂ, ਤਾਂ ਕਰਕੇ ਆ YouTube ਜ਼ਿਆਦਾ ਹੋ ਗਿਆ ਇਸ ਲਈ। ਤੇ ਨਹੀਂ ਤਾਂ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੱਦਾਂ ਮਤਲਬ ਕਿ ਜਿਨ੍ਹਾਂ ਦੇ ਕੋਈ ਟੈਲੈਂਟ ਹੁੰਦਾ ਤੁਸੀਂ ਉਹਨਾਂ ਤੱਕ ਪਹੁੰਚਦੇ, ਉਹਨਾਂ ਨੂੰ ਰੂਬਰੂ ਕਰਾਉਂਦੇ ਆ ਸਾਰੇ ਆਡੀਅנס ਦੇ, ਤੇ ਫਿਰ ਇੱਦਾਂ ਕਰਕੇ ਹੀ ਅੱਗੇ ਵੀਡੀਓ ਜਦੋਂ ਪਹੁੰਚਦੀ ਆ ਉਦੋਂ ਕੰਮ ਮਿਲਦਾ ਹੈ ਜੀ। ਇੱਦਾਂ ਕਰਕੇ ਮੈਸੇਜ ਆ ਜਾਂਦੇ ਆ ਇੰਸਟਾਗ੍ਰਾਮ ਦੇ ਉੱਤੇ, ਤੇ ਵੀਰੇ ਤੁਹਾਡੇ ਨਾਲ ਇੱਦਾਂ ਮਤਲਬ ਤੁਹਾਨੂੰ ਸ਼ੂਟ ਲਈ ਲੈਣਾ ਆ ਜਾਂ ਇੱਦਾਂ ਕਰਕੇ, ਫਿਰ ਉਹਨਾਂ ਨਾਲ ਜੋ ਵੀ ਡੀਲ ਹੁੰਦੀ ਆ ਆਪਾਂ ਕਰ ਲੈਂਦੇ ਆ ਜੀ। ਗੁਰੀ, ਤੁਸੀਂ ਇੱਕ ਹੋਰ ਕਿੱਸਾ ਆਪਣੀ ਜ਼ਿੰਦਗੀ ਦਾ ਸਾਂਝਾ ਕੀਤਾ ਸੀਗਾ ਕਿ ਤੁਹਾਨੂੰ ਬਾਲੀਵੁੱਡ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਸੀਗਾ, ਲੇਕਿਨ ਕਿਸੇ ਕਾਰਨਾਂ ਦੇ ਕਰਕੇ ਤੁਸੀਂ ਅੱਜ ਬਾਲੀਵੁੱਡ ਦੇ ਵਿੱਚ ਨਹੀਂ ਜਾ ਪਾਏ। ਮੈਂ ਚਾਹੂੰਗੀ ਕਿ ਉਹ ਕਿੱਸਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ। ਹਾਂਜੀ, ਮੈਂ ਇੱਕ ਸ਼ੂਟ 'ਤੇ ਗਿਆ ਸੀਗਾ ਤੇ ਉੱਥੇ
ਮੈਨੂੰ ਨਹੀਂ ਪਤਾ ਕਿ ਮੇਰੀ ਲੁੱਕ ਕਿੰਨੀ ਕੁ ਵਧੀਆ ਆ, ਇਹ ਤਾਂ ਤੁਸੀਂ ਦੇਖ ਕੇ ਦੱਸ ਸਕਦੇ ਆ ਜਾਂ ਕੋਈ ਹੋਰ ਦੇਖ ਕੇ ਦੱਸ ਸਕਦਾ। ਹਾਂ। ਤੇ ਮੈਨੂੰ ਉਹਨਾਂ ਨੇ ਮਤਲਬ ਕਿ ਮੈਂ ਉਹਨਾਂ ਨਾਲ ਸ਼ੂਟ ਕਰਕੇ ਆਇਆ ਤਾਂ ਹਫਤਾ ਕੋਈ ਹੋਇਆ ਸੀਗਾ ਸ਼ੂਟ ਕਰਕੇ ਆਏ ਨੂੰ, ਤੇ ਫਿਰ ਉਹਨਾਂ ਦਾ ਡਾਇਰੈਕਟਰ ਦਾ ਮੈਨੂੰ ਕਾਲ ਆਈ, ਕਹਿੰਦਾ ਗੁਰੀ ਵੀਰੇ ਕਿ ਤੁਹਾਡੇ ਲਈ ਇੱਕ ਬਹੁਤ ਸੋਹਣਾ ਆਫਰ ਆ ਕਿ ਤੁਸੀਂ ਆਪਣੀਆਂ ਮੈਨੂੰ ਫੋਟੋ ਸੈਂਡ ਕਰੋ, ਵੀਡੀਓ ਸੈਂਡ ਕਰੋ ਆਪਣੀਆਂ। ਤੇ ਮੈਂ ਉਹਨੂੰ ਸੈਂਡ ਕੀਤੀਆਂ। ਮੈਂ ਕਿਹਾ ਭਾਜੀ ਆਫਰ ਤਾਂ ਦੱਸੋ ਕੀ ਆ। ਕਹਿੰਦੇ ਇਦਾਂ ਕਰਕੇ ਆਪਾਂ ਬਾਲੀਵੁੱਡ ਦੇ ਵਿੱਚ ਜਾਣ ਦਾ ਤੁਹਾਨੂੰ ਮੌਕਾ ਮਿਲ ਰਿਹਾ, ਰਣਵੀਰ ਕਪੂਰ ਔਰ ਅਨਿਲ ਕਪੂਰ ਉਹਨਾਂ ਦੇ ਨਾਲ ਤੁਹਾਨੂੰ ਮੂਵੀ ਦੇ ਵਿੱਚ ਆਪਾਂ ਮਤਲਬ ਕਿ ਮੇਨ ਉਹਨਾਂ ਨਾਲ ਹੀ ਆਪਾਂ ਰੱਖਣਾ, ਉਹਨਾਂ ਨਾਲ ਤੁਹਾਨੂੰ ਐਕਟ ਕਰਨ ਦਾ ਮਤਲਬ ਕਿ ਮਿਲ ਰਿਹਾ ਮੌਕਾ। ਤੇ ਮੈਂ ਬਹੁਤ ਖੁਸ਼ ਹੋਇਆ। ਮੈਂ ਵਾਹਿਗੁਰੂ ਜੀ ਦੀ ਮੈਂ ਧੰਨਵਾਦ ਕੀਤਾ। ਮੈਂ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਆਪਨੇ। ਪਰ ਚਲੋ ਜਿੱਦਾਂ ਹੁੰਦਾ ਨਾ ਅੱਗੇ ਲੱਕ ਵੀ ਕੋਈ ਹੁੰਦਾ ਆ ਆਪਣਾ ਬੰਦੇ ਦਾ। ਤੇ ਉਹ ਕੀ ਹੋਇਆ ਜੀ, ਉਹ ਫਿਰ ਮੈਨੂੰ ਕਹਿੰਦੇ ਕਿ ਤੁਸੀਂ ਆਪਣੀ ਹਾਈਟ ਦੱਸੋ ਕਿੰਨੀ ਆ। ਮੈਂ ਹਾਈਟ ਦੱਸੀ, ਮੇਰੀ 5 ਫੁੱਟ 6 ਇੰਚ ਆ ਹਾਈਟ ਹੈ ਮੇਰੀ। ਉਹਨਾਂ ਨੂੰ ਚਾਹੀਦਾ ਸੀ 5 ਫੁੱਟ 9 ਇੰਚ ਜਾਂ ਪੂਰਾ 6 ਫੁੱਟ ਚਾਹੀਦਾ ਸੀਗਾ। ਔਰ ਟਰਬਨ ਇਦਾਂ ਹੀ ਜਿੱਦਾਂ ਮੈਂ ਦਸਤਾਰ ਬੰਨ੍ਹਦਾ ਗੋਲ, ਇਦਾਂ ਹੀ ਉਹਨਾਂ ਨੂੰ ਚਾਹੀਦਾ ਸੀਗਾ ਲੁੱਕ ਵਗੈਰਾ ਇਦਾਂ ਹੀ। ਤੇ ਫਿਰ ਉਹ ਕਹਿੰਦੇ ਕਿ ਚਲੋ ਮੈਂ ਗੱਲ ਕਰਕੇ ਦੱਸਦਾ ਹਾਂ ਤੁਹਾਨੂੰ। ਲੇਕਿਨ ਉਹਨਾਂ ਨੇ ਗੱਲ ਅੱਗੇ ਕੀਤੀ, ਫੋਟੋਆਂ ਭੇਜੀਆਂ, ਕਹਿੰਦੇ ਸਭ ਕੁਝ ਠੀਕ ਆ, ਲੇਕਿਨ ਹਾਈਟ ਤੋਂ ਥੋੜ੍ਹਾ ਜਿਹਾ ਚੱਕਰ ਪੈ ਗਿਆ, ਇਸ ਲਈ ਉਹ ਮੌਕਾ ਮਤਲਬ ਕਿ ਮਿਲਿਆ ਨਹੀਂ ਆਪਾਂ ਨੂੰ। ਇੱਕ ਪਾਸੇ ਕਿਸਮਤ, ਤੁਸੀਂ ਕਹਿੰਦੇ ਹੋ ਕਿ ਕਿਸਮਤ ਨੇ ਸਾਥ ਨਹੀਂ ਦਿੱਤਾ, ਲੇਕਿਨ ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਇੱਕ ਪਾਸੇ ਤੁਹਾਡੇ ਕੋਲ ਬਹੁਤ ਵਧੀਆ ਜਿਹੜਾ ਟੈਲੈਂਟ ਹੈ, ਤੁਸੀਂ ਆਪਣਾ ਸ਼ੌਂਕ ਪੂਰਾ ਕਰ ਰਹੇ ਹੋ, ਇੱਕ ਵਧੀਆ ਕੰਮ ਕਰ ਰਹੇ ਹੋ, ਬਹੁਤ ਔਖਾ ਵੀ ਜਿਹੜਾ ਕਹਿ ਲਈਏ ਕਿ ਸਟੰਟ ਕਰਨੇ ਬਹੁਤ ਜ਼ਿਆਦਾ ਔਖੇ ਨੇ। ਸੋ ਇੰਡਸਟਰੀ ਦੇ ਵੱਲੋਂ ਇਹ ਚੀਜ਼ ਕਹਿ ਦੇਣਾ ਕਿ ਤੁਹਾਡੀ ਹਾਈਟ ਦੇ ਵੱਲੋਂ ਸਿਰਫ ਅਸੀਂ ਤੁਹਾਨੂੰ ਇੰਡਸਟਰੀ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ। ਹਾਂਜੀ, ਪਰ ਇੱਦਾਂ ਨਾ ਕੁਛ ਰਿਕੁਆਇਰਮੈਂਟ ਤਾਂ ਹੁੰਦੀਆਂ ਹੀ ਆ ਅਗਲੇ ਦੀ, ਮੈਂ ਕਿ ਆਪਾਂ ਨੂੰ ਮਤਲਬ ਕਿ ਜਦੋਂ ਮੈਨੂੰ ਕੋਈ ਕਹਿੰਦਾ ਨਾ ਕਿ ਆਪਾਂ ਵੀਰੇ ਇੱਦਾਂ ਮਤਲਬ ਕਿ ਇੱਥੇ ਆਪਣਾ ਸੈੱਟ ਲੱਗਾ ਹੋਇਆ, ਇਸ ਕੈਮਰੇ ਦੇ ਸਾਹਮਣੇ ਤੁਸੀਂ ਇੱਦਾਂ ਕਰਕੇ ਸਟੰਟ ਕਰਨੇ ਆ, ਤੇ ਫਿਰ ਮੈਂ ਉਹਨਾਂ ਨੂੰ ਉਹੀ ਜਗ੍ਹਾ ਦੇ ਉੱਤੇ ਸਟੰਟ ਕਰਕੇ ਦਿਖਾਉਣਾ ਹੈ ਨਾ। ਤੇ ਇੱਦਾਂ ਹੀ ਰਿਕੁਆਇਰਮੈਂਟ ਤਾਂ ਫਿਰ ਇੱਦਾਂ ਹੀ ਹੁੰਦੀਆਂ ਅਗਲੇ ਦੀਆਂ ਵੀ ਕਿ ਹਾਂਜੀ ਮੈਨੂੰ ਮਤਲਬ ਕਿ ਇੰਨੀ ਹਾਈਟ ਚਾਹੀਦੀ ਆ, ਇੱਦਾਂ ਮਤਲਬ ਕਿ ਦਸਤਾਰ ਬੰਨ੍ਹਣੀ ਵਾਲੀ ਚਾਹੀਦੀ, ਇੱਦਾਂ ਲੁੱਕ ਚਾਹੀਦੀ। ਫਿਰ ਆਪਾਂ ਨੂੰ ਥੋੜ੍ਹਾ ਜਿਹਾ ਉਹਨਾਂ ਦੇ ਵੀ ਅਕੋਰਡਿੰਗ ਹੋਣਾ ਪੈਂਦਾ ਹੈ ਨਾ। ਤੇ ਇਸ ਲਈ ਥੋੜ੍ਹਾ ਜਿਹਾ ਹਾਈਟ ਦਾ ਚੱਕਰ ਪੈ ਗਿਆ। ਬਾਕੀ ਤਾਂ ਚਲੋ ਜੇ ਹਾਈਟ ਥੋੜ੍ਹੀ ਹੋਰ ਲੰਬੀ ਹੁੰਦੀ ਫਿਰ ਤਾਂ ਚਲੋ ਅੱਜ ਮੈਂ ਉੱਥੇ ਹੁੰਦਾ ਜੀ ਉਹਨਾਂ ਕੋਲ। ਤੁਸੀਂ ਅੱਜ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ। ਗੁਰੀ, ਇੱਕ ਹੋਰ ਚੀਜ਼ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਬਾਰ-ਬਾਰ ਆ ਰਹੀ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਨੌਜਵਾਨ ਪੀੜ੍ਹੀ ਦੇਖੋ ਦੇਖੀ ਕੰਮ ਕਰਦੀ ਹੈ ਵੀ ਗੁਰੀ ਕੰਮ ਕਰ ਰਿਹਾ ਜਾਂ ਕੋਈ ਹੋਰ ਇਹ ਕੰਮ ਕਰ ਰਿਹਾ ਤੇ ਮੈਂ ਵੀ ਇਹ ਚੀਜ਼ ਦਾ ਕੰਮ ਕਰਨਾ ਜਾਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਇਹ ਦੇਖੋ ਜੀ, ਕਿਸੇ ਨੂੰ ਦੇਖ ਕੇ ਇੱਦਾਂ ਲੱਗਦਾ ਕਿ ਬਹੁਤ ਸੌਖੀ ਚੀਜ਼ ਆ ਕਿ ਚਲੋ ਮੈਂ ਵੀ ਕਰਦਾ, ਪਰ ਜਦੋਂ ਬੰਦਾ ਜਿਹੜੇ ਉਸ ਕੰਮ ਦੇ ਪਿੱਛੇ ਜਦੋਂ ਪੈਂਦਾ ਹੈ ਨਾ ਤੇ ਫਿਰ ਪਤਾ ਲੱਗਦਾ ਆ ਕਿ ਆਪਣਾ ਇਹਦਾ ਮਤਲਬ ਕਿ ਕੀ ਬੈਨੀਫਿਟ ਹੋਣੇ ਆ ਇਹਦੇ, ਤੇ ਇਹਦੇ ਵਿੱਚ ਕੀ ਨੁਕਸਾਨ ਆ, ਕਿੰਨਾ ਕੁ ਆਪਾਂ ਨੂੰ ਖਰਚਾ ਕਰਨਾ ਪੈਣਾ। ਇਹ ਜਦੋਂ ਕਹਿੰਦੇ ਨਾ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਇਹ ਉਹ ਗੱਲ ਆ ਜੀ। ਦੇਖੋ ਮੈਂ ਆਪਣਾ ਸਟੰਟ ਸ਼ੁਰੂ ਕੀਤੇ ਸੀਗੇ, ਪਰ ਮੈਂ ਅੱਜ ਤੱਕ ਵੀ ਆਪਣੀ ਬਾਈਕ ਦੀ ਮੋਡੀਫਿਕੇਸ਼ਨ ਮੇਰੀ ਚੱਲੀ ਜਾਂਦੀ ਆ, ਕਿਉਂਕਿ ਮੈਂ ਨਵੇਂ ਟ੍ਰਿਕ ਸਿੱਖਣੇ ਹੁੰਦੇ ਆ। ਕਈ ਵਾਰੀ ਬਾਈਕ ਨੀਚੇ ਗਿਰਦਾ ਆ, ਕੋਈ ਕਰੈਸ਼ ਹੋ ਜਾਂਦਾ, ਬਾਈਕ ਦਾ ਕੋਈ ਸਮਾਨ ਟੁੱਟਦਾ ਆ, ਜਾਂ ਇੰਜਨ ਦੀ ਕੋਈ ਰਿਪੇਅਰਿੰਗ ਹੈਗੀ ਆ, ਜਾਂ ਆਪਣੇ ਵੀ ਕਈ ਵਾਰੀ ਇੰਜਰੀ ਹੁੰਦੀ ਆ, ਉਹਨੂੰ ਚੀਜ਼ ਨੂੰ ਰਿਕਵਰ ਕਰਨਾ ਹੈ ਨਾ, ਕਾਫੀ ਟਾਈਮ ਮਤਲਬ ਇੱਦਾਂ ਲੱਗ ਜਾਂਦਾ। ਇੱਕ ਵਾਰੀ ਮੈਂ ਇੱਦਾਂ ਹੀ ਪ੍ਰੈਕਟਿਸ ਕਰ ਰਿਹਾ ਸੀਗਾ ਤੇ ਮੇਰੇ ਇੰਜਰੀ ਹੋ ਗਈ, ਲੈਫਟ ਸਾਈਡ ਸ਼ੋਲਡਰ ਤੇ ਇੰਜਰੀ ਹੋਈ ਸੀਗੀ। ਉਸ ਟਾਈਮ ਮੈਂ ਹੈਲਮਟ ਵੀ ਪਾਇਆ ਹੋਇਆ ਸੀਗਾ, ਲੇਕਿਨ ਉਸ ਟਾਈਮ ਮੇਰੇ ਕੋਲ ਜੈਕਟ ਹੈ ਨਹੀਂ ਸੀਗੀ, ਸੇਫਟੀ ਜੈਕਟ। ਹੈਲਮਟ ਕਾਫੀ ਜ਼ੋਰ ਦੀ ਮਤਲਬ ਕਿ ਸਿਰ ਵੱਜਾ ਨੀਚੇ, ਹੈਲਮਟ ਸੀਗਾ ਵਧੀਆ ਤੇ ਉਹਨੇ ਮੇਰਾ ਸਿਰ ਬਚਾ ਲਿਆ। ਤੇ ਲੇਕਿਨ ਮੇਰਾ ਜਿਹੜਾ ਸ਼ੋਲਡਰ ਸੀਗਾ ਉੱਥੇ ਇੰਨੀ ਕੁ ਜ਼ਿਆਦਾ ਇੰਜਰੀ ਹੋ ਗਈ, ਮੈਂ 3 ਸਾਲ ਬਾਈਕ ਨਹੀਂ ਚਲਾਇਆ। ਫਿਰ ਜਦੋਂ ਮੈਂ 3 ਸਾਲ ਬਾਅਦ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਤੇ ਪ੍ਰੈਕਟਿਸ ਮੈਂ ਪਹਿਲੇ ਦਿਨ ਹੀ ਆਇਆ ਤੇ ਮੇਰਾ ਥੋੜ੍ਹਾ ਜਿਹਾ ਫਿਰ ਮੈਂ ਆਪਣਾ ਕੀਤਾ, ਮੇਰੇ ਫਿਰ ਸ਼ੋਲਡਰ ਤੇ ਇੰਜਰੀ ਹੋ ਗਈ। ਇੱਦਾਂ ਹੀ ਮੈਂ ਡਿੱਗਿਆ ਨਹੀਂ, ਉੱਦਾਂ ਹੀ ਮਤਲਬ ਕਿ ਸਟੰਟ ਕਰਨ ਲੱਗਿਆ ਇੰਜਰੀ ਹੋ ਗਈ ਮੇਰੇ। ਫਿਰ ਮੈਂ ਆਪਣਾ 6 ਮੰਥ ਮੈਂ ਫਿਰ ਰੈਸਟ ਕੀਤੀ। ਫਿਰ ਦੁਬਾਰਾ ਜਦੋਂ ਮੈਂ ਰਿਕਵਰੀ ਹੋਈ ਮੇਰੀ ਚੰਗੀ ਤਰ੍ਹਾਂ, ਫਿਰ ਮੈਂ ਦੁਬਾਰਾ ਪ੍ਰੈਕਟਿਸ ਸ਼ੁਰੂ ਕੀਤੀ। ਮੈਂ ਕਿਹਾ ਇਹ ਚੀਜ਼ ਛੱਡਣੀ ਨਹੀਂ, ਇਹਨੂੰ ਕੰਟੀਨਿਊ ਹੀ ਰੱਖਣਾ। ਤਾਂ ਆਈ ਥਿੰਕ ਮੈਨੂੰ ਲੱਗਦਾ 6-7 ਸਾਲ ਹੋ ਗਏ ਸੀਗੇ ਪਹਿਲੇ ਇਹ ਸੱਟ ਲੱਗੀ ਸੀਗੀ ਮੇਰੀ, ਤੇ ਹੁਣ ਮਤਲਬ ਕਿ ਬਿਲਕੁਲ ਸਹੀ ਹੈ ਜੀ। ਗੁਰੀ, ਅਸੀਂ ਫਿਲਮਾਂ ਦੇ ਵਿੱਚ ਤਾਂ ਦੇਖਦੇ ਆ ਕਿ ਬਿਨਾਂ ਜੈਕਟਸ ਤੋਂ, ਬਿਨਾਂ ਹੈਲਮਟ ਤੋਂ, ਬਿਨਾਂ ਸੇਫਟੀ ਦੇ ਸਟੰਟ ਉਹਦੇ ਵਿੱਚ ਦਿਖਾਏ ਜਾਂਦੇ ਨੇ, ਲੇਕਿਨ ਜਦੋਂ ਅਸੀਂ ਵਾਕਈ ਸਟੰਟ ਕਰਦੇ ਆ ਜਾਂ ਤੁਸੀਂ ਵੀ ਸਟੰਟ ਕਰਦੇ ਹੋ, ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਸੇਫਟੀ ਜ਼ਰੂਰੀ ਹੈ ਜੀ, ਸੇਫਟੀ ਗੇਅਰਸ ਜ਼ਰੂਰੀ ਆ, ਜਿੱਦਾਂ ਹੈਲਮਟ ਹੋ ਗਿਆ, ਜੈਕਟ ਹੋ ਗਈ, ਗਲਵਜ਼, ਨੀ ਕੈਪਸ ਹੋ ਗਏ ਜਿਹੜੇ ਗੋਡਿਆਂ ਨੂੰ ਆਪਣੇ ਕਵਰ ਕਰਦੇ ਆ, ਇਹ ਚੀਜ਼ ਬਹੁਤ ਜ਼ਰੂਰੀ ਆ। ਜਦੋਂ ਤੁਸੀਂ 3-4 ਘੰਟੇ ਦੀ ਪ੍ਰੈਕਟਿਸ ਕਰਦੇ ਆ ਨਾ, ਉਹਦੇ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਆ ਜੀ। ਤੇ ਜਿਹੜੇ ਵੈਸੇ ਤਾਂ ਮੂਵੀ ਦੇ ਵਿੱਚ ਜਦੋਂ ਕੋਈ ਇੱਦਾਂ ਮਤਲਬ ਕਿ ਤੁਸੀਂ ਦੇਖੇ ਸਟੰਟ ਕਰਦੇ, ਉਹਨਾਂ ਨੂੰ ਮਤਲਬ ਕਿ ਉਹ ਇੱਕ ਕੈਮਰੇ ਦੇ ਉੱਤੇ ਕੁਝ ਹੋਰ ਹੁੰਦਾ ਆ, ਲੇਕਿਨ ਉਹਦੇ ਬੈਕ ਸਾਈਡ ਕੁਝ ਹੋਰ ਹੁੰਦਾ। ਉਹਨਾਂ ਨੂੰ ਵੀ ਪੂਰੀ ਸੇਫਟੀ ਨਾਲ ਹੀ ਕਰਾਏ ਜਾਂਦੇ ਆ, ਜ਼ਿਆਦਾਤਰ ਤਾਂ ਇੱਦਾਂ ਹੀ ਆ ਵੈਸੇ। ਸੋ ਕੀ ਸਲਾਹ ਦੇਣਾ ਚਾਹੋਗੇ ਜੋ ਦਰਸ਼ਕ ਦੇਖ ਰਹੇ ਨੇ, ਕਿਉਂਕਿ
ਇਹ ਇਸ ਚੀਜ਼ ਦੀ ਸੱਚਾਈ ਅੱਜ ਤੱਕ ਸਾਹਮਣੇ ਨਹੀਂ ਆਈ ਹੈ ਵੀ ਜੋ ਟੀਵੀ ਤੇ ਸਟੰਟ ਦੇਖੇ ਜਾਂਦੇ ਨੇ ਜਾਂ ਜੋ ਅਸਲ ਦੇ ਵਿੱਚ ਕੀਤੇ ਜਾਂਦੇ ਨੇ, ਬਹੁਤ ਫਰਕ ਹੈ। ਮੈਂ ਚਾਹੂੰਗੀ ਦਰਸ਼ਕਾਂ ਨੂੰ ਥੋੜਾ ਜਿਹਾ ਇਹਦੇ ਬਾਰੇ ਦੱਸਿਆ ਜਾਵੇ। ਦੇਖੋ, ਜਿਹੜੇ ਰੀਅਲ ਦੇ ਵਿੱਚ ਸਟੰਟ ਕਰ ਰਹੇ ਆ ਉਹ ਤਾਂ ਬਿਲਕੁਲ ਮਤਲਬ ਕਿ ਜੈਨੂਅਨ ਇਦਾਂ ਪ੍ਰੈਕਟਿਸ ਦੇ ਨਾਲ ਹੀ ਆ। ਪ੍ਰੈਕਟਿਸ ਮੇਕ ਮੈਨ ਪਰਫੈਕਟ, ਜਿੱਦਾਂ ਆਪਾਂ ਇਹ ਗੱਲ ਕਰਦੇ ਹੁੰਦੇ ਆ ਕਿ ਪ੍ਰੈਕਟਿਸ ਦੇ ਨਾਲ ਹੀ ਆ ਸਾਰਾ ਕੁਝ। ਮੈਨੂੰ ਆਈ ਥਿੰਕ ਮੈਨੂੰ ਹੁਣ ਤੋਂ 11-12 ਸਾਲ ਹੋ ਗਿਆ ਪ੍ਰੈਕਟਿਸ ਕਰਦੇ ਨੂੰ, ਜਿਹੜਾ ਸਹੀ ਤਰੀਕੇ। ਤੇ ਫਿਰ ਮੈਂ 11-12 ਸਾਲ ਦੀ ਪ੍ਰੈਕਟਿਸ ਦੇ ਵਿੱਚ ਹੀ ਇਹ ਵਾਲੇ ਸਟੰਟ ਜੋ ਸਿੱਖੇ ਆ। ਤੇ ਬਿਨਾਂ ਇਹ ਤਾਂ ਹੈ ਨਹੀਂ ਆ ਕਿ ਆਪਾਂ ਮਤਲਬ ਕਿ ਘਰੋਂ ਉੱਠੇ ਆ, ਬੈੱਡ ਤੋਂ ਉੱਠੇ ਆ ਔਰ ਆਪਾਂ ਆ ਕੇ ਬਾਈਕ ਫੜ ਲਿਆ ਜਾਂ ਮਤਲਬ ਕਿ ਕੋਈ ਹੋਰ ਇਦਾਂ ਦਾ ਕੋਈ ਕੰਮ ਆ ਕਿ ਆਪਾਂ ਉਦੋਂ ਹੀ ਸਿੱਖ ਜਾਵਾਂਗੇ। ਇਦਾਂ ਨਹੀਂ ਆ ਜੀ, ਇਹਨੂੰ ਥੋੜਾ ਟਾਈਮ ਹੀ ਤੇ ਚਾਹੀਦਾ ਹੀ ਆ। ਜਿੱਦਾਂ ਆਪਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਭੇਜਦੇ ਆ ਛੋਟੇ ਹੁੰਦੇ ਨੂੰ, ਪਹਿਲੇ ABC ਸਿੱਖਦਾ, ਫਿਰ ਬਾਅਦ ਵਿੱਚ ਜਦੋਂ ABC ਸਿੱਖਦਾ ਆ ਫਿਰ ਨਰਸਰੀ LKG ਕਲਾਸ ਦੇ ਵਿੱਚ 1st 2nd 3rd 10th ਤੱਕ ਜਾਂਦਾ, +2 ਹੁੰਦੀ, ਫਿਰ ਅੱਗੇ ਜਾ ਕੇ ਗ੍ਰੈਜੂਏਸ਼ਨ, ਫਿਰ ਉਸ ਤੋਂ ਬਾਅਦ ਵਕੀਲ ਬਣਦਾ। ਤੇ ਦੇਖੋ ਕਿੰਨੀ ਮਿਹਨਤ ਦੇ ਬਾਅਦ ਜਾ ਕੇ ਬਣਦਾ। ਤੇ ਇਹ ਵੀ ਚੀਜ਼ ਮਤਲਬ ਕਿ ਸਟੰਟ ਵੀ ਇਦਾਂ ਹੀ ਆ, ਕੋਈ ਵੀ ਕੰਮ ਆ ਸਾਰਾ ਕੁਝ ਇਦਾਂ ਹੀ ਆ। ਉਹਦੀ ABC ਸਿੱਖਣੀ ਪੈਂਦੀ ਆ ਆਪਾਂ ਨੂੰ ਪਹਿਲੇ ਸ਼ੁਰੂ ਤੋਂ। ਜੀ ਗੁਰੀ, ਸਮਾਂ ਜਿਹੜਾ ਹੁਣ ਜਾਣ ਤਾਂ ਹੋ ਗਿਆ, ਲੇਕਿਨ ਜਾਣ ਤੋਂ ਪਹਿਲਾਂ ਮੈਂ ਚਾਹੂੰਗੀ ਸਾਡੇ ਦਰਸ਼ਕਾਂ ਦੇ ਲਈ ਤੁਸੀਂ ਕੁਝ ਕਹੋ। ਦਰਸ਼ਕਾਂ ਲਈ ਇਹੋ ਹੀ ਆ ਕਿ ਕਿਸੇ ਨੂੰ ਡੀਮੋਟੀਵੇਟ ਨਾ ਕਰਿਆ ਕਰੋ, ਮੋਟੀਵੇਟ ਹੀ ਕਰਿਆ ਕਰੋ। ਕਿ ਕਿਸੇ ਦੇ ਵਿੱਚ ਕੋਈ ਟੈਲੈਂਟ ਹੈ ਆ, ਉਹਨੂੰ ਤੁਸੀਂ ਉਹਨੂੰ ਕਦੀ ਵੀ ਡੀਮੋਟੀਵੇਟ ਨਾ ਕਰੋ, ਉਹਨੂੰ ਹੱਲਾਸ਼ੇਰੀ ਦਿਓ ਕਿ ਤਾਂ ਕਿ ਉਹ ਆਪਣਾ ਮਤਲਬ ਕਿ ਆਪਣੇ ਘਰ ਦਾ ਨਾਮ ਵੀ ਰੋਸ਼ਨ ਕਰੇ, ਆਪ ਦਾ ਵੀ ਕਰੇ। ਤੇ ਨਾਲ ਜੇ ਉਹ ਆਪਣਾ ਨਾਮ ਰੋਸ਼ਨ ਕਰੂਗਾ ਤੇ ਆਪਣੇ ਪਿੰਡ ਦਾ ਵੀ ਨਾਮ ਨਾਲ ਹੀ ਰੋਸ਼ਨ ਕਰੂਗਾ। ਤੁਸੀਂ ਕਿਸੇ ਨੈਗੇਟਿਵਿਟੀ ਨਾ ਫੈਲਾਇਆ ਕਰੋ ਬਸ। ਜੀ ਗੁਰੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਜੀ ਇਹ ਸੀਗੇ ਸਾਡੇ ਨਾਲ ਗੁਰੀ ਮਥਾੜੂ। ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।